ਸਾਹਿਬ ਸ਼੍ਰੀ ਗੁਰੂ ਸਾਹਿਬ ਮਹਾਰਾਜ ਜੋ ਸਾਡਾ ਮਾਰਗਦਰਸ਼ਨ ਕਰ ਰਹੇ ਨੇ। ਮਾਰਗਦਰਸ਼ਨ ਕਰਦਿਆਂ ਮਹਾਰਾਜ ਸਾਨੂੰ ਸਾਰਿਆਂ ਨੂੰ ਹੀ ਸਮਝਾ ਰਹੇ ਨੇ ਕਿ ਇਹ ਜੋ ਜੀਵ ਹੈ ਇਹ ਜਦੋਂ ਇਹ ਸੰਸਾਰ 'ਤੇ ਆਉਂਦਾ ਹੈ, ਜਿਵੇਂ ਹੀ ਇਹ ਸੰਸਾਰ 'ਤੇ ਆਇਆ ਤੇ ਇਸ ਦਾ ਪਿਆਰ ਇਸ ਲੋਕ 'ਤੇ ਪੈਣਾ ਸ਼ੁਰੂ ਹੁੰਦਾ ਹੈ। ਜਦੋਂ ਲੋਕ 'ਤੇ ਪੈਂਦਾ ਹੈ ਤਾਂ ਆਕਾਰਾਂ ਦੇ ਨਾਲ ਪੈਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਹ ਜੋ ਮਾਲਕ ਦੇ ਬੱਚੇ ਜਿਨ੍ਹਾਂ ਨੂੰ ਮਾਲਕ ਚੁਣਦਾ ਹੈ, ਜਿਨ੍ਹਾਂ ਨੂੰ ਜਣਾਉਂਦਾ ਹੈ, ਫਿਰ ਉਹਨਾਂ ਨੂੰ ਆਪਣਾ ਭੇਦ ਦਿੰਦਾ ਹੈ। ਜਿਸ ਤਰ੍ਹਾਂ ਗੁਰਬਾਣੀ ਗੁਰੂ ਮਹਾਰਾਜ ਦੱਸਿਆ, ਜਿਸੈ ਜਣਾਏ ਸੋਈ ਜਨ ਜਾਣੇ। ਸੋ ਜਿਨ੍ਹਾਂ ਨੂੰ ਜਣਾ ਦਿੰਦਾ ਹੈ, ਫਿਰ ਹੋਰ ਵੀ ਸਾਨੂੰ ਸੌਖਾ ਕਰਕੇ ਮਹਾਰਾਜ ਦੱਸਦੇ ਨੇ, ਕਹਿੰਦੇ ਜਿਹਦੇ ਤੋਂ ਮਾਲਕ ਗਵਾਉਂਦਾ ਹੈ, ਆਪਣਾ ਗੁਰਮੰਤਰ ਦ੍ਰਿੜ ਕਰਾਉਂਦਾ ਹੈ, ਉਹੀ ਗਾ ਸਕਦੇ ਨੇ। ਮਹਾਰਾਜ ਦੱਸਦੇ ਸੋਈ ਗਾਵੈ ਜਿਸ ਨੂੰ ਗਾਵਾਵੈ ਸੋਈ। ਫਿਰ ਉਹ ਗਾਉਂਦੇ ਨੇ, ਉਸ ਮਾਲਕ ਦੀ ਯਾਦ ਦੇ ਵਿੱਚ ਜੁੜ ਮਿਲ ਬੈਠਦੇ ਨੇ, ਅਤੇ ਕਿਉਂਕਿ ਉਹ ਮਾਲਕ ਦੇ ਚੁਣੇ ਹੁੰਦੇ ਨੇ, ਜੋ ਚੁਣੇ ਹੁੰਦੇ ਨੇ, ਫਿਰ ਉਹਨਾਂ ਨੂੰ ਮਾਲਕ ਡਿਊਟੀ ਬਖਸ਼ਿਸ਼ ਕਰਦਾ ਹੈ ਕਿ ਜੋ ਮਨ ਬੱਚੇ ਇਸ ਸਰੀਰ ਦੇ ਵਿੱਚ ਆਏ ਨੇ, ਜੋ ਜਾਤ ਪਾਤ ਧਰਮ ਊਚ ਨੀਚ ਦੇ ਵਿੱਚ ਉਲਝ ਗਏ, ਜੋ ਪੰਜਾਂ ਨੇ ਘੇਰਾ ਪਾਇਆ ਹੈ, ਜਾਓ ਤੁਸੀਂ ਉਹਨਾਂ ਨੂੰ ਸਮਝਾਓ। ਸੋ ਉਹਨਾਂ ਨੂੰ ਮਾਲਕ ਨਿਵਾਜਦਾ ਹੈ। ਜੋ ਗੁਰਬਾਣੀ ਵਿੱਚ ਮਹਾਰਾਜ ਦੱਸਿਆ, ਮਹਾਰਾਜ ਦੱਸਦੇ ਜਿਸੈ ਨਵਾਜੇ ਗੁਰਮੁਖ ਸਾਜੇ ਨਾਮ ਵਸੇ, ਤਿਸ ਅਨਹਦ ਵਾਜੇ ਤਿਸ ਹੀ ਸੁਖ, ਤਿਸ ਹੀ ਠਕਰਾਈ ਤਿਸੈ ਨਾ ਆਵੈ ਜਮ ਨੇੜਾ ਹੈ। ਸੋ ਉਹਨਾਂ ਦਾ ਮਾਲਕ ਜਨਮ ਮਰਨ ਨਿਵਾਰਨ ਦਿੰਦਾ ਹੈ। ਜੋ ਮਹਾਰਾਜ ਦੱਸਦੇ ਜਨਮ ਮਰਨ ਨਿਵਾਰ ਠਾਕੁਰ ਰਾਖਿਆ ਜਨ ਕੀ ਆਪ। ਸੋ ਐਸੇ ਗੁਰਮੁਖਾਂ ਨੂੰ ਭੇਜ ਦਿੰਦਾ ਹੈ ਤਾਂ ਕਿ ਅੱਗੇ ਉਹ ਸੰਸਾਰ ਨੂੰ ਸਮਝਾਉਣ, ਭੁੱਲੜ ਬੱਚਿਆਂ ਨੂੰ ਸਮਝਾਉਣ। ਸੋ ਫਿਰ ਇੱਕ ਰੋਲ ਅਦਾ ਕਰਦੇ ਨੇ, ਉਹ ਮਾਲਕ ਦੇ ਨੌਕਰ ਬਣ ਕੇ ਇੱਕ ਰੋਲ ਅਦਾ ਕਰਦੇ ਨੇ। ਉਹ ਇੱਕ ਟੀਚਰ ਦਾ ਰੋਲ ਅਦਾ ਕਰਦੇ ਨੇ। ਉਹ ਜਦੋਂ ਟੀਚਰ ਦਾ ਰੋਲ ਅਦਾ ਕਰਦੇ ਨੇ, ਉਹ ਇਸ ਤਰੀਕੇ ਦੇ ਨਾਲ ਇਸ ਸੰਸਾਰ ਦੇ ਵਿੱਚ ਵਿਚਰਦੇ ਕਿ ਇਸ ਨਿਮਰਤਾ ਦੇ ਨਾਲ ਵਿਚਰਦੇ, ਜੋ ਗੁਰਬਾਣੀ ਗੁਰੂ ਮਹਾਰਾਜ ਦੱਸਿਆ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਇੰਨੇ ਸਹਿਜ ਦੇ ਵਿੱਚ ਵਿਚਰਦੇ ਕਿ ਉਹ ਆਪਾ ਨਹੀਂ ਜਣਾਉਂਦੇ ਕਿ ਸਾਨੂੰ ਮਾਲਕ ਨੇ ਨਿਵਾਜਿਆ ਹੈ, ਸਾਨੂੰ ਮਾਲਕ ਨੇ ਭੇਜ ਦਿੱਤਾ ਹੈ। ਸੋ ਇਸੇ ਤਰ੍ਹਾਂ ਜਦੋਂ ਅੱਗੇ ਪ੍ਰਚਾਰ ਕਰਦੇ ਤਾਂ ਸਮਾਜ ਦੇ ਜੋ ਭੁੱਲੜ ਬੱਚੇ ਹੁੰਦੇ, ਉਹਨਾਂ ਦੇ ਨਾਲ ਈਰਖਾ, ਦੁਬਿਧਾ, ਨਿੰਦਿਆ ਕਰਦੇ। ਜੋ ਸੰਸਾਰ ਦੇ ਵਿੱਚ ਵਿਚਰਦਾ, ਇਸ ਸਰੀਰ ਦੇ ਵਿੱਚ ਜਦੋਂ ਮਨ ਆਉਂਦਾ, ਉਹ ਗੁਰਮੁਖ ਮਨ ਆਉਂਦਾ, ਤਾਂ ਜਿਸ ਤਰ੍ਹਾਂ ਆਪਾਂ ਸਾਰੇ ਸਮਾਜ ਦੇ ਵਿੱਚ ਵਿਚਰਦੇ ਹਾਂ, ਤਾਂ ਉਹ ਵੀ ਆਪਣੇ ਪਰਿਵਾਰ ਦੇ ਲਈ ਕਰਮ ਕਰਦਾ। ਜਿੰਨਾ ਸਮਾਂ ਭੇਦ ਨਹੀਂ ਹੁੰਦਾ, ਉਹ ਸੰਸਾਰ ਦੇ ਵਿੱਚ ਵਿਚਰਦਾ। ਜਿਵੇਂ ਮਾਲਕ ਨੇ ਚੁਣ ਲਿਆ, ਭੇਦ ਦੇ ਦਿੱਤਾ, ਫਿਰ ਜੋ ਜੀਵਨ ਹੈ, ਜੋ ਜੀਵਨ ਜਾਚ ਹੈ, ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ, ਟੀਚਰ ਤੋਂ ਲੈ ਕੇ ਉਹ ਬਦਲ ਜਾਂਦੀ। ਜਦੋਂ ਬਦਲ ਜਾਂਦੀ, ਫਿਰ ਲੋਕ 'ਤੇ ਵਿਚਰਨਾ ਵੱਖਰਾ ਹੋ ਜਾਂਦਾ। ਜੋ ਮਹਾਰਾਜ ਦੱਸਿਆ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਬਿਖਮ ਮਾਰਗ ਉਹ ਦੁੱਖ ਦਾ ਮਾਰਗ ਜਿਸ ਦੇ ਵਿੱਚ ਝੱਲਣਾ ਪੈਂਦਾ ਹੈ। ਸੰਸਾਰ ਦੀ ਨਿੰਦਿਆ, ਸੰਸਾਰ ਦੀ ਦੁਬਿਧਾ, ਸੰਸਾਰ ਦੇ ਬੋਲ ਕਬੋਲ, ਜੋ ਮਾਲਕ ਦਾ ਪ੍ਰਚਾਰ ਕਰਦੇ ਗੁਰਮੁਖ, ਉਹਨਾਂ ਨੂੰ ਝੱਲਣਾ ਪੈਂਦਾ। ਜੋ ਮਹਾਰਾਜ ਦੱਸਦੇ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਗੁਰੂ ਪ੍ਰਸਾਦੀ ਜੀ ਨੇ ਆਪ ਤਜਿਆ ਹਰ ਵਾਸ ਨਾ ਸਮਾਣੀ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਆਪਾ ਸਮਰਪਣ ਕਰਦੇ, ਉਹ ਫਿਰ ਇਸ ਰਸਤੇ 'ਤੇ ਚੱਲਦੇ ਅਤੇ ਅੱਗੇ ਪ੍ਰਚਾਰ ਕਰਦੇ। ਪਰ ਇਸ ਸੰਸਾਰ ਦੇ ਜੋ ਭੁੱਲੜ ਬੱਚੇ ਨੇ, ਉਹ ਦੁਬਿਧਾ ਕਰਦੇ, ਐਸੇ ਗੁਰਮੁਖਾਂ ਦੇ ਨਾਲ ਦੁਬਿਧਾ ਕਰਦੇ। ਅਤੇ ਜਦੋਂ ਦੁਬਿਧਾ ਕਰਦੇ, ਗੁਰਬਾਣੀ ਗੁਰੂ ਮਹਾਰਾਜ ਦੱਸਿਆ, ਕਹਿੰਦੇ ਉਹਨਾਂ ਦੀ ਹਾਲਤ ਕੈਸੀ ਹੁੰਦੀ। ਮਹਾਰਾਜ ਦੱਸਦੇ ਬਿਲ ਲਾਵੈ ਬਰੜਾਵੈ ਨਿੰਦਕ, ਪਾਰ ਬ੍ਰਹਮ ਪਰਮੇਸ਼ਰ ਵਿਸਰਿਆ, ਆਪਣਾ ਕੀਤਾ ਪਾਵੈ ਨਿੰਦਕ। ਉਹ ਮਾਲਕ ਜਿਨ੍ਹਾਂ ਦੀ ਸੇਜ 'ਤੇ ਆਉਂਦਾ, ਜਿਨ੍ਹਾਂ ਦੀ ਰਸਨਾ ਤੋਂ ਆਪਣਾ ਜੋ ਇਸ ਲੋਕ 'ਤੇ ਭੇਦ ਦਿੰਦਾ ਆਪਣੇ ਭੁੱਲੜ ਬੱਚਿਆਂ ਨੂੰ,
ਤੇ ਉਹ ਮਾਲਕ ਦੇ ਵਿੱਚ ਅਭੇਦ ਹੋਏ ਹੁੰਦੇ। ਜੋ ਮਹਾਰਾਜ ਦੱਸਦੇ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੂ ਦੂਆ ਤੇਹਾ। ਪਰ ਜਦੋਂ ਇਹ ਸੰਸਾਰ ਤੇ ਜੀਵਾਂ ਦੀ ਜੋ ਅੱਖ ਹੈ ਸਿਰਫ ਸਰੀਰ ਦੇਖਦੀ, ਔਰ ਸਰੀਰ ਦੇਖਣ ਕਾਰਨ ਅੰਦਰਲਾ ਭੇਦ ਹੋਣ ਨਾ ਕਾਰਨ ਦੁਬਿਧਾ ਕਰਦੀ। ਪਰ ਜਿਸ ਮਨ ਬੱਚੇ ਨੂੰ, ਜਿਸ ਗੁਰਮੁਖ ਨੂੰ ਉਸ ਮਾਲਕ ਨੇ ਜਣਾਇਆ ਹੁੰਦਾ, ਉਹ ਸਾਰਿਆਂ ਨੂੰ ਇੱਕ ਦੇਖਦਾ, ਕਿਉਂਕਿ ਉਹਨਾਂ ਨੂੰ ਭੇਦ ਹੁੰਦਾ, ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਨਹੀਂ। ਫਿਰ ਇਸ ਤਰ੍ਹਾਂ ਐਸੇ ਗੁਰਮੁਖਾਂ ਨੂੰ, ਐਸੇ ਮਨ ਬੱਚਿਆਂ ਨੂੰ ਸੰਸਾਰ ਦੀਆਂ ਬਹੁਤ ਜੋ ਤਕਲੀਫਾਂ ਨੇ, ਜੋ ਤਾਂ ਮਨ ਬੱਚੇ ਸਮਝ ਜਾਂਦੇ ਉਹ ਤਾਂ ਸਤਿਕਾਰ ਦਿੰਦੇ, ਅਤੇ ਜੋ ਨਹੀਂ ਸਮਝਦੇ ਬੜੇ ਬੋਲ ਕਬੋਲ ਸੁਣ ਕੇ ਸੰਸਾਰ ਦੇ ਵਿੱਚ ਪ੍ਰਚਾਰ ਕਰਨਾ ਪੈਂਦਾ ਉਸ ਮਾਲਕ ਦਾ, ਇੱਕ ਦਾ। ਬੜਾ ਕੁਛ ਸਹਿਣਾ ਪੈਂਦਾ ਸੰਸਾਰ ਦੇ ਵਿੱਚ ਵਿਚਰਦੇ। ਜਿਸ ਤਰ੍ਹਾਂ ਗੁਰਬਾਣੀ ਗੁਰੂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਦੱਸਦੇ। ਪਰ ਅੰਤਮ ਸਮੇਂ ਜਦੋਂ ਗੁਰਮੁਖ ਜਾਂਦੇ, ਸਰੀਰ ਦੇ ਨਾਲੋਂ ਵੱਖ ਹੋ ਕੇ ਜਾਂਦੇ, ਤਾਂ ਦਰਗਾਹ ਦੇ ਵਿੱਚ ਆਪਣਾ ਮੁੱਖ ਸੋਹਣਾ ਲੈ ਕੇ ਜਾਂਦੇ, ਉਜਲਾ ਲੈ ਕੇ ਜਾਂਦੇ। ਐਸੇ ਗੁਰਮੁਖ ਜੋ ਗੁਰੂ ਨਾਨਕ ਦੇਵ ਮਹਾਰਾਜ ਸਮਝਾ ਰਹੇ, ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਸੋ ਐਸੇ ਗੁਰਮੁਖਾਂ 'ਤੇ ਕਿਸ ਤਰ੍ਹਾਂ ਦੀਆਂ ਜੋ ਕਠਿਨਾਈਆਂ ਆਉਂਦੀਆਂ। ਇਹ ਜੋ ਕਾਲ ਦਾ ਖੇਡ ਚੱਲਦਾ, 3-4 ਤਰੀਕਿਆਂ ਦੇ ਨਾਲ ਇਹ ਗੁਰਮੁਖਾਂ ਨੂੰ ਚੱਲਣਾ ਪੈਂਦਾ। ਸਭ ਤੋਂ ਪਹਿਲਾਂ ਸਰੀਰਕ ਤੌਰ 'ਤੇ, ਜੋ ਸਰੀਰ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ, ਉਹ ਐਸਾ ਹਮਲਾ ਹੁੰਦਾ ਜੋ ਮਾਲਕ ਦੇ ਰਸਤੇ 'ਤੇ ਮਨ ਬੱਚੇ ਗੁਰਮੁਖ ਮਾਲਕ ਦੇ ਸਾਜੇ ਹੁੰਦੇ। ਜਦੋਂ ਚੱਲਦੇ ਤਾਂ ਉਹ ਕਾਲ ਇਸ ਤਰੀਕੇ ਦੇ ਨਾਲ ਕੋਸ਼ਿਸ਼ ਕਰਦਾ ਕਿ ਮੈਂ ਇਸ ਮਨ ਬੱਚੇ ਨੂੰ ਵਾਪਸ ਬੁਲਾ ਲਾਂ, ਇਸ ਮਾਲਕ ਦੇ ਕੋਲੇ ਜੋ ਮਾਲਕ ਦਾ ਪ੍ਰਚਾਰ ਕਰ ਰਿਹਾ ਹੈ, ਮੇਰੇ ਕੋਲੋਂ ਨਹੀਂ ਹਾਰਿਆ। ਸਾਰਾ ਸੰਸਾਰ ਮੈਂ ਹਰਾ ਲਿਆ, ਪਰ ਇਹ ਜੋ ਮਾਲਕ ਨੇ ਸਾਜਿਆ ਹੈ ਮੇਰੇ ਕੋਲੋਂ ਨਹੀਂ ਹਾਰਿਆ, ਮੈਂ ਇਹਨੂੰ ਹਰਾਵਾਂ ਕਿਸੇ ਤਰੀਕੇ ਦੇ ਨਾਲ। ਪਰ ਜੋ ਗੁਰਮੁਖ ਨੇ, ਜਦੋਂ ਸਰੀਰਕ ਕੋਈ ਹਮਲਾ ਹੁੰਦਾ, ਕੋਈ ਬਿਮਾਰੀ ਲਾ ਦਿੱਤੀ ਜਾਂਦੀ, ਕਿਸੇ ਤਰ੍ਹਾਂ ਦੀ ਸਰੀਰਕ ਪਰੇਸ਼ਾਨੀ ਦਿੱਤੀ ਜਾਂਦੀ, ਉਹਨਾਂ ਨੂੰ ਭੇਦ ਹੁੰਦਾ। ਕੀ ਭੇਦ ਹੁੰਦਾ? ਇਹ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਏ ਭਰਮ ਭੁਲਾਇਆ। ਉਹਨਾਂ ਨੂੰ ਪਤਾ ਹੈ ਕਿ ਇਹ ਸਰੀਰ ਮਾਇਆ ਦੇ ਵਸ ਹੈ ਔਰ ਕਾਲ ਦੇ ਵਸ ਹੈ, ਜੋ ਚਾਹਵੇ ਇਸ ਨੂੰ ਬਾਧ ਘਾਟ ਕਰ ਸਕਦਾ। ਔਰ ਉਹ ਸਰੀਰ ਦੇ ਨਾਲੋਂ ਵੱਖ ਹੁੰਦੇ ਅਤੇ ਆਪਣੇ ਮਾਲਕ ਦੇ ਵਿੱਚ ਭੇਦ ਹੋਣਾ ਸਿੱਖਿਆ ਹੁੰਦਾ, ਅਤੇ ਉੱਥੇ ਮਾਲਕ ਕੋਲੇ ਚਲੇ ਜਾਂਦੇ। ਮਾਲਕ ਕੋਲੇ ਚਲੇ ਜਾਂਦੇ ਜੋ ਡਿਊਟੀ ਕਰਦੇ, ਪਰ ਇੱਕ ਨਾ ਕੁਛ ਸਮਾਂ ਬਾਅਦ ਜਦੋਂ ਇਸ ਲੋਕ 'ਤੇ ਡਿਊਟੀ ਭੁਗਤਾਉਣੀ ਹੈ, ਸਰੀਰ 'ਚ ਤਾਂ ਆਉਣਾ ਪੈਣਾ। ਜਦੋਂ ਸਰੀਰ ਦੇ ਵਿੱਚ ਆਉਂਦੇ ਤਾਂ ਉਹ ਕਠਿਨਾਈ, ਉਹ ਤਕਲੀਫ, ਉਹ ਗੁਰਮੁਖਾਂ ਨੂੰ ਝੱਲਣੀ ਪੈਂਦੀ ਸਰੀਰਕ ਤੌਰ। ਉਸ ਤੋਂ ਅੱਗੇ ਜੋ ਹਮਲਾ ਹੁੰਦਾ ਹੈ ਸਮਾਜਿਕ, ਜਿਨ੍ਹਾਂ ਰਿਸ਼ਤੇਦਾਰਾਂ ਨਾਲ, ਜਿਨ੍ਹਾਂ ਯਾਰਾਂ ਦੋਸਤਾਂ ਨਾਲ, ਜਿਸ ਪਰਿਵਾਰ ਦੇ ਨਾਲ ਬਹੁਤ ਗੂੜਾ ਪ੍ਰੇਮ ਹੁੰਦਾ, ਪਿਆਰ ਹੁੰਦਾ, ਜਦੋਂ ਹੀ ਉਹ ਗੁਰਮੁਖ ਉਸ ਮਾਲਕ ਦੇ ਪ੍ਰਚਾਰ ਦੇ ਰਸਤੇ 'ਤੇ ਚੱਲਦਾ, ਜੋ ਸਿਮਰਨ ਕਰਦਾ, ਜੋ ਮਹਾਰਾਜ ਦੱਸਿਆ ਪ੍ਰਭ ਕੈ ਸਿਮਰਨ ਬੰਧ ਨਾ ਪਰੈ, ਜੋ ਬੰਧਨਾਂ ਤੋਂ ਮੁਕਤ ਹੋ ਕੇ ਜਦੋਂ ਗੁਰਮੁਖ ਸਿਮਰਨ ਕਰਦਾ, ਤਾਂ ਸਮਾਜ ਦਾ ਜੋ ਜੰਜਾਲ ਹੈ, ਪਰਿਵਾਰ ਦਾ ਜੋ ਜੰਜਾਲ ਹੈ, ਰਿਸ਼ਤੇਦਾਰਾਂ ਦਾ ਜੋ ਜੰਜਾਲ ਹੈ, ਉਹ ਖਿੱਚਦਾ ਬੰਧਨ। ਅਤੇ ਜਦੋਂ ਖਿੱਚਦਾ ਹੈ ਤਾਂ ਉਹ ਸ਼ਬਦ ਦੀ ਚੋਟ ਮਾਰਦਾ ਹੈ। ਜਦੋਂ ਸ਼ਬਦ ਦੀ ਚੋਟ ਵੱਜਦੀ ਹੈ ਤਾਂ ਗੁਰਮੁਖਾਂ ਨੂੰ ਉਹ ਵੀ ਚੱਲਣਾ ਪੈਂਦਾ। ਜਦੋਂ ਸ਼ਬਦ ਦੀ ਚੋਟ ਝੱਲਣੀ ਪੈਂਦੀ ਹੈ, ਉਹ ਸਿੱਧੀ ਮਨ 'ਤੇ ਚੋਟ ਹੁੰਦੀ ਹੈ, ਔਰ ਗੁਰਮੁਖ ਫਿਰ ਵੀ ਉਸ ਮਾਲਕ ਦਾ ਸ਼ੁਕਰਾਨਾ ਕਰਦੇ, ਉਸ ਰਸਤੇ 'ਤੇ ਚੱਲਦੇ ਰਹਿੰਦੇ। ਫਿਰ ਜਦੋਂ ਕਾਲ ਨੂੰ ਪਤਾ ਲੱਗਦਾ ਕਿ ਇਹ ਵੀ ਤਰੀਕਾ, ਇਹ ਵੀ ਸਾਡੀ ਕੋਸ਼ਿਸ਼ ਅਜਾਈਂ ਚੱਲੇਗੀ, ਫਿਰ ਉਹ ਅਗਲਾ ਦਾਅ ਅਪਣਾਉਂਦਾ ਹੈ, ਫਿਰ ਉਹ ਆਰਥਿਕ ਮੰਦੀ ਦਿੰਦਾ ਹੈ। ਜਦੋਂ ਉਹਦੇ ਵੱਸ ਇਹ ਮਨ ਚੱਲਦਾ ਹੈ, ਉਹਦੇ ਕਹਿਣੇ 'ਚ ਚੱਲਦਾ ਹੈ, ਤਾਂ ਜੋ ਦੁਨਿਆਵੀ ਧਨ ਹੈ, ਜੋ ਮਾਇਆ ਹੈ, ਜੋ ਗੁਜਰਾਨ ਹੈ, ਉਹ ਬੜਾ ਵਧੀਆ ਚੱਲਦਾ। ਪਰ ਜਿਵੇਂ ਹੀ ਗੁਰਮੁਖ ਇਸ ਰਸਤੇ 'ਤੇ ਚੱਲਿਆ ਤਾਂ ਬੜੀ ਹਾਲਤ ਜੋ ਬੜੀ ਗੰਭੀਰ ਤੋਂ ਗੰਭੀਰ ਹੁੰਦੀ ਜਾਂਦੀ, ਬਦ ਤੋਂ ਬਦਤਰ ਹੋਣੀ ਸ਼ੁਰੂ ਹੋ ਜਾਂਦੀ।
वो हर पासियों कोशिश करता कि किसी ना किसी तरीके दे नाल इस गुरमुख मन नूं सिटिया जाए, ढाया जाए। सो हालत ऐसी हो जाती, गुजरान लई भी जेब दे विच बड़ा ही सीमित पैसा रह जाता। ये जो गुरमुख जो मन बचे इस रास्ते ते चलणगे, जिस तरह गुरमुख चलता है वो निशानियां ने कि की औकड़ां झल के गुरमुख निवाजिया जाता है, सत्कारिया जाता है मालक द्वारा, और उसनूं मनीम थापिया जाता है उस खजाने का जो मालक का खजाना है। सो आर्थिक मंदी नूं भी बेपरवाह हुंदियां होइयां गुरमुख अगे चलता है। जदों अगे चलता है तो उस तो अगे जो मानसिक हमला होंदा है, जिस दे विच विचारां दा वहाव इन्ना ज़्यादा तेज हो जाता है कि जो आम जीव है उसनूं सहन नहीं कर सकता। पर गुरमुख नूं भेद है कि ये गेम है, ये खेड है, इस खेड दे विचों दी असीं लंघना है। जदों उस खेड दे विचों पास हो जाता है तो मालक इस गुरमुख मन बच्चे नूं अपने कलावे च लैंदा है ते उस नूं निवाजदा है ते अगे प्रचार का हुक्म दिंदा है और उसनूं शाबाश दिंदा है। जो गुरबाणी च गुरु महाराज दस्सिया, धन धन तिस गुरु को शाबाश है। उस गुरु नूं, उस टीचर नूं फिर शाबाश दिंदा ते कहंदा जाओ पुत्त हुण प्रचार करो। इस तरह के ही गुरमुख प्यारे इस पंजभूतक शरीर दे विच आए। भाई साहब भाई सेवा सिंह जी तरमाला, जिन्हां ने असह कठिनाइयां सहंदियां होया इस लोक ते बोल कबोल विचारां सहंदियां होया प्रचार किया एक दा, उस मालक दा, और इस जगत नूं उस मालक के प्रकाश के नाल रोशना गए, अंदरों बाहरों नहीं। मालक हर जगह है, अंदर भी है बाहर भी है। और जिन्हां दा रोशनाया, जिन्हां नूं अपने वर्गे पैदा किया, अपना डुप्लीकेट पैदा किया, अपनी कॉपी पैदा की, दस दिता कि किवें प्रकाश दे विच विचरना है। जिन्हां नूं रोशनाया फिर उन्हां नूं वरसा दिता, और उन्हां तो वरसाए गुरमुख प्यारे साडे टीचर भाई साहब भाई धर्मजीत सिंह जी, जो कि अज उन्हां पूरनियां ते चलदे हुए उस तरीक़िਆਂ दे नाल गुरमत द्वारा जो टीचर ने भेज दिता, जो प्रिंसीपल ने सिखाया, साहिब श्री गुरु ग्रंथ साहिब महाराज ने प्रिंसीपल जिस तरह रहनुमाई करते हैं उस तरीके के अनुसार इस लोक के प्रचार तरह तरह दियाँ जो समय समय दियाँ नीतियाँ ने उन्होंने सहंदे हुए, विचारते हुए, ना चितारते हुए किसी भी तरह की दुविधा कर रहे हैं। सो ऐसे गुरमुखां का जो मालक ने सानू संग बख्शिया है, कोटान कोट धन्नवाद उस अकाल पुरख वाहिगुरू का जो सिर्फ तो सिर्फ निष्काम उस मालक का प्रचार जो किसी भी इच्छा तो रहत होके उस मालक दे लिए कर रहे हैं। सो असी धन्नवादी हाँ उस मालक दे, उस पिता दे, परमेश्वर दे, जिन्हों ने सानू ऐसी संगत बख्शी जिथे सिर्फ एक मालक की गल होंदी है। सो अज गुरमुख प्यारियां दा जो आपां सारे ही रल मिल इकत्तर होए उस मालक का शुकराना किया कि अज के दिन जो गुरमुखां का जन्म भाई साहब भाई धर्मजीत सिंह जी का होया, साडे टीचर सत्कारयोग जो मालक का अज शुक्रिया अदा किया सारे परिवार ने रल के कि ऐसे गुरमुख इस लोक ते आउंदे रहन तां जो इस संसार का इस तरह ही जो इस काल के खेड तो जित होंदी रहे। सो गुरमुख प्यारिओ बहुता समा नहीं लेंदे, सो समा काफ़ी हो गया है।
ਸੋ ਆਪਾਂ ਸਾਰੇ ਹੀ ਪਰਿਵਾਰ ਨੇ ਰਲ ਕੇ ਬੜੇ ਸਤਿਕਾਰ ਦੇ ਨਾਲ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਵਿਚਾਰਿਆ ਹੈ। ਉਸ ਤੋਂ ਬਾਅਦ ਗੁਰਮੁਖ ਪਿਆਰਿਆਂ ਨੇ ਖਾਲਸੇ ਦੀਆਂ ਨਿਸ਼ਾਨੀਆਂ ਦੱਸ ਕੇ ਇੱਕ ਵਾਰ ਦੇ ਰੂਪ ਦੇ ਵਿੱਚ ਆਪ ਜੀ ਦੇ ਸਨਮੁਖ ਹੋਏ ਨੇ ਗੁਰਮੁਖ ਪਿਆਰੇ। ਸੋ ਬਹੁਤਾ ਸਮਾਂ ਨਾ ਲੈਂਦੇ ਹੋਏ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨੀ ਜੀ। ਇੰਨੀ ਵਿਚਾਰ ਕਰਦੇ ਹਾਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਸੰਗਤ ਤੇ ਗੁਰੂ ਬਖਸ਼ਣ ਯੋਗ ਨੇ ਬਖਸ਼ ਦੇਣਾ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ